ਆਪਾਂ ਇਹ ਕਹਿੰਦੇ ਆ ਕਿ ਵੀ ਜਿਹੜੀ ਇੱਕ ਕੁੜੀ ਸਾਡੇ ਨਾਲ ਟਰੈਵਲ ਕਰ ਰਹੀ ਹੈ ਉਹ ਸਾਡੇ ਲਈ ਕੋਈ ਓਪਰਚੁਨਿਟੀ ਨਹੀਂ ਹੈਗੀ, ਉਹ ਸਾਡੇ ਲਈ ਰਿਸਪੌਂਸਿਬਿਲਿਟੀ। ਆਪਸ਼ਨਸ ਜ਼ਿਆਦਾ ਖੁੱਲ ਗਈਆਂ ਨੇ, ਕੁਝ ਅਨਆਥੋਰਾਈਜ਼ਡ ਐਪਸ ਵੀ ਨੇ ਜਿਹੜੀ ਟਰਾਈ ਸਿਟੀ ਦੇ ਵਿੱਚ ਵਰਕਿੰਗ 'ਚ ਸੀਗੀਆਂ, ਉਹਨਾਂ ਨੇ ਸਰ ਬਹੁਤ ਜ਼ਿਆਦਾ ਇਸ ਕੰਮ ਨੂੰ ਨੁਕਸਾਨ ਦਿੱਤਾ। ਬਟ ਅਚਾਨਕ ਤੋਂ ਇਸ ਮਹਾਮਾਰੀ ਨੇ ਆ ਕੇ ਸਾਨੂੰ ਅੰਦਰ ਤੱਕ ਤੋੜਤਾ। ਹੁਣ ਗੱਡੀਆਂ ਦੀਆਂ ਕਿਸ਼ਤਾਂ ਦੇ ਜਿਹੜੇ ਮੋਰਾਟੋਰੀਅਮ ਪਏ ਨੇ, ਕਿਉਂਕਿ ਹੁਣ ਕਸਟਮਰ ਕੈਬ ਨੂੰ ਯੂਜ਼ ਕਰਨ ਤੋਂ ਪਹਿਲਾਂ ਬਹੁਤ ਜ਼ਿਆਦਾ ਸੋਚਦੇ ਨੇ ਸਰ। ਕਰੋਨਾ ਮਹਾਮਾਰੀ ਚੱਲੀ ਤਾਂ ਉਸ ਤੋਂ ਬਾਅਦ ਦੇਖੀਏ ਤਾਂ ਹਰ ਇੱਕ ਕਿਸੇ ਦੇ ਲੋਕਾਂ ਨੇ ਸੁਨੇਹਾ ਲੈ ਲਿਆ ਕਿ ਕਿਸ ਤਰ੍ਹਾਂ ਦੇ ਨੁਕਸਾਨ ਹੋ ਗਏ। ਕੰਪਨੀਆਂ ਦੇ ਨੂੰ ਵੀ ਬਹੁਤ ਸਾਰੇ ਜੇ ਦੇਖੀਏ ਤਾਂ EMPLOYEE ਸੀਗੇ, ਸੈਲਰੀਆਂ ਕੱਟ ਗਈਆਂ। ਅੱਜ ਅਸੀਂ ਕੈਬ 'ਚ ਬੈਠੇ ਤਾਂ ਕੈਬ ਦੀ ਸਾਡੇ ਜ਼ਿਹਨ 'ਚ ਆਇਆ ਕਿ ਆਖਿਰਕਾਰ ਇਹਨਾਂ ਲੋਕਾਂ ਦੀ ਕੀ ਫਰਕ ਪਿਆ, ਕੀ ਉਸ ਆਮ ਜ਼ਿੰਦਗੀ ਤੋਂ ਹੁਣ ਦੀ ਜ਼ਿੰਦਗੀ 'ਚ ਕੋਈ ਫਰਕ ਪਿਆ। ਕਿਉਂਕਿ ਬਹੁਤ ਸਾਰੇ ਲੋਕ ਇਹ ਸੋਚਦੇ ਨੇ, ਅਸੀਂ ਸੁਣਦੇ ਆ ਕੈਬ ਵਾਲਿਆਂ ਦੀ ਕਹਾਣੀਆਂ, ਪਰ ਕੋਈ ਜ਼ਰੂਰੀ ਨਹੀਂ ਹੁੰਦਾ ਹਰੇਕ ਕਿਤੇ ਮਾੜੇ ਇਫੈਕਟ ਹੀ ਹੋਣ, ਚੰਗੇ ਵੀ ਹੁੰਦੇ ਨੇ। ਜਿਹੜੀਆਂ ਜ਼ਿੰਮੇਵਾਰੀਆਂ ਡਰਾਈਵਰ ਸਮਝਦੇ ਨੇ, ਤੁਸੀਂ ਦੇਖੋ ਕਿ ਜਿਹੜੀ ਇਸ ਗੱਡੀ 'ਚ ਬੈਠੇ ਆ, ਪਹਿਲਾਂ ਤਾਂ ਤੁਹਾਨੂੰ ਮੈਂ ਇਹ ਚੀਜ਼ ਦਿਖਾ ਦਾਂ ਕਿ ਬੜੀ ਖਾਸ ਇਹਨਾਂ ਨੇ ਬਣਾਈ ਆ। ਖੁਦ ਜੇ ਕਹੀਏ ਕਿ ਇਹ ਜੁਗਾੜ ਕੀਤੇ ਨੇਗੇ ਕਿ ਪਿੱਛੇ ਜਿਹੜਾ ਬੰਦਾ, ਜਿਵੇਂ ਹੁਣ ਮੈਂ ਬੈਠਾ, ਤੁਸੀਂ ਹਾਲਾਂਕਿ ਪੂਰਾ ਦੇਖ ਨਾ ਪਾ ਰਹੇ ਹੋ, ਪਰ ਤੁਹਾਨੂੰ ਇਹ ਚੀਜ਼ ਦਿਖਾਉਣੀ ਜ਼ਰੂਰੀ ਹੈ ਕਿ ਕਰੋਨਾ ਮਹਾਮਾਰੀ ਦੇ ਚੱਲਦੇ ਕਿਵੇਂ ਇhtiyਾਤ ਰੱਖਣੀ ਆ। ਇਹ ਡਰਾਈਵਰ ਲੋਕਾਂ ਨੂੰ ਜੇ ਤੁਹਾਨੂੰ ਮਾਸਕ ਸ਼ੀਲਡ ਦੀ ਲੋੜ ਹੈ ਤਾਂ ਉਹ ਵੀ ਦਿੰਦਾ ਹੈ, ਮਾਸਕ ਦੀ ਲੋੜ ਹੈ ਉਹ ਵੀ ਦਿੰਦਾ ਹੈ, ਨਾਲ ਜਿਵੇਂ ਆ ਕਵਰ ਕੀਤਾ ਹੋਇਆ ਕਿ ਇਹ ਵੀ ਸੁਰੱਖਿਅਤ ਰਹੇ, ਤੁਸੀਂ ਇਹ ਤੋਂ ਵੀ ਸੁਰੱਖਿਅਤ ਰਹੋ। ਇਹ तमाम ਚੀਜ਼ਾਂ ਦਾ ਧਿਆਨ ਰੱਖਿਆ ਜਾ ਰਿਹਾ। ਕਰੋਨਾ ਨੇ ਕੀ ਕੁਝ ਬਦਲਤਾ, ਇਹ ਸਵਾਲ ਜੇ ਕਹੀਏ ਬੜਾ ਆਮ ਹੋ ਚੱਲਿਆ, ਪਰ ਨਿੱਜੀ ਤੌਰ ਤੇ ਜ਼ਿੰਦਗੀਆਂ ਤੇ ਕਿੰਨਾ ਕੁ ਫਰਕ ਪੈ ਗਿਆ, ਇਹਦੇ ਨਾਲ ਗੱਲ ਕਰਾਂਗੇ ਮੁੰਡੇ ਨਾਲ ਕਿ ਆਖਰ ਇਹਦੀ ਜ਼ਿੰਦਗੀ ਦੇ ਵਿੱਚ ਕੀ ਕੁਝ ਚੀਜ਼ਾਂ ਜਿਹੜੀਆਂ ਫਰਕ ਪੈ ਗਈਆਂ ਨੇਗੀਆਂ। ਜੀ ਦੇਖੀਏ, ਕਰੋਨਾ ਮਹਾਮਾਰੀ ਚੱਲੀ ਤਾਂ ਬਹੁਤ ਸਾਰੇ ਲੋਕ ਕਹਿੰਦੇ ਸਾਡੇ ਰੁਜ਼ਗਾਰ ਖਤਮ ਹੋ ਗਏ। ਤੁਸੀਂ ਕਿੰਨੇ ਟਾਈਮ ਤੋਂ ਚਲਾ ਰਹੇ ਹੋ ਕੈਬ? ਸਰ ਮੈਨੂੰ 6 ਸਾਲ ਹੋ ਗਏ ਸਰ ਕੈਬ ਚਲਾਉਂਦੇ ਨੂੰ। ਅੱਛਾ ਜੀ ਸਰ। ਤੇ ਫਿਰ ਕਰੋਨਾ ਮਹਾਮਾਰੀ ਤੋਂ ਪਹਿਲਾਂ ਤੇ ਹੁਣ ਦਾ ਫਰਕ ਕਿੰਨਾ ਕੁ ਨਜ਼ਰ ਆਉਂਦਾ? ਸਰ ਜ਼ਮੀਨ ਅਸਮਾਨ ਦਾ ਫਰਕ ਨਜ਼ਰ ਆਉਂਦਾ ਹੈ, ਕਿਉਂਕਿ ਜਦੋਂ ਕਰੋਨਾ ਤੋਂ ਪਹਿਲਾਂ ਦੀ ਆਪਾਂ ਜੇ ਗੱਲ ਕਰੀਏ, ਆਪਾਂ ਔਨ ਐਨ ਐਵਰੇਜ ਆਪਣੀ ਰੋਜ਼ਮर्रा ਦੀ ਜ਼ਿੰਦਗੀ ਦੇ ਖਰਚੇ ਤੇ ਆਪਣੇ ਪਰਿਵਾਰ ਦੇ ਖਰਚੇ ਜਿਹੜੇ ਸੀਗੇ ਉਹ ਆਪਾਂ ਈਜ਼ੀਲੀ ਬੀਅਰ ਕਰ ਸਕਦੇ ਸੀ। ਬਟ ਇਹ ਜਦੋਂ ਤੋਂ ਕਰੋਨਾ ਮਹਾਮਾਰੀ ਆਈ ਹੈ, ਮੈਂ ਕਹਿਣਾ ਚਾਹਾਂਗਾ ਕਿ ਵੀ ਕੰਮ ਦਾ ਇੰਨਾ ਜ਼ਿਆਦਾ ਹੁਣ ਸਾਨੂੰ ਨੁਕਸਾਨ ਹੋਇਆ, ਕਿਉਂਕਿ ਲੋਕੀ ਘਰੋਂ ਬਾਹਰ ਨਹੀਂ ਨਿਕਲ ਰਹੇ। ਕਿਤੇ ਥਾਂ ਥਾਂ ਲੋਕਡਾਊਨ ਲੱਗੇ ਹੋਏ ਆ, ਕਿਸੇ ਸਿਟੀ 'ਚ ਪਾਸ ਦੀ ਦਿੱਕਤ ਹੈ ਤੇ ਕਿਸੇ 'ਚ ਲੋਕਡਾਊਨ ਦੇ ਟਾਈਮਿੰਗ ਲੱਗ ਹੈ। ਉਹਦੇ ਕਰਕੇ ਸਾਡੇ ਕੰਮ ਤੇ ਬਹੁਤ ਜ਼ਿਆਦਾ ਇਫੈਕਟ ਪਿਆ, ਕਿਉਂਕਿ ਹੁਣ ਕਸਟਮਰ ਕੈਬ ਨੂੰ ਯੂਜ਼ ਕਰਨ ਤੋਂ ਪਹਿਲਾਂ ਬਹੁਤ ਜ਼ਿਆਦਾ ਸੋਚਦੇ ਨੇ ਸਰ। ਇੱਕ ਚੀਜ਼ ਹੋਰ ਦੱਸੋ ਕਿ ਜਿਵੇਂ ਪਹਿਲਾਂ ਤੁਸੀਂ ਆਮ ਲੋਕਾਂ ਨੂੰ ਬਿਠਾ ਲੈਂਦੇ ਸੀ ਸਵਾਰੀਆਂ ਨੂੰ, ਹੁਣ ਲੋਕ ਜਿਵੇਂ ਤੁਸੀਂ ਕਿਹਾ ਵੀ ਹਿਚਕਚਾਉਂਦੇ ਨੇ, ਇਹ ਚੀਜ਼ ਦੇਖਦੇ ਨੇ। ਹੁਣ ਤੁਸੀਂ ਜਿਵੇਂ ਆਹ ਸ਼ੀਲਡ ਲਾਈ ਹੈ, ਤੁਸੀਂ ਆਪਦੇ ਵੀ ਮਾਸਕ ਸ਼ੀਲਡ ਲਾਈ ਹੋਈ ਹੈ, ਮਾਸਕ ਵੀ ਦਿੰਦੇ ਹੋ ਤੁਸੀਂ, ਤਾਂ ਇਹ ਚੀਜ਼ਾਂ ਜ਼ਰੂਰੀ ਹੋ ਗਈਆਂ, ਖਰਚੇ ਵੱਧ ਗਏ ਹੋਣੇ ਆ। ਬਿਲਕੁਲ ਸਰ। ਸਰ ਇਹਦੇ ਨਾਲ ਕੀ ਹੋਇਆ ਕਿ ਹੁਣ ਸਾਨੂੰ ਆਪਣਾ ਕੰਮ ਨੂੰ ਵੀ ਅੱਗੇ ਤੋਰਨਾ ਹੈ ਤੇ ਆਪਣੇ ਕਸਟਮਰਸ ਦੀ, ਪੈਸੇਂਜਰਸ ਦੀ, ਸਾਰਿਆਂ ਦੀ ਸੁਰੱਖਿਆ ਵੀ ਦੇਖਣੀ ਹੈ। ਇਹਦੇ ਮੱਦੇਨਜ਼ਰ ਰੱਖਦੇ ਹੋਏ ਸਰ ਆਪਾਂ ਨੂੰ ਇਹ ਸ਼ੀਲਡ, ਮਾਸਕ, ਪੀਪੀ ਕਿਟ, ਇਹ ਸਾਰਾ ਕੁਝ ਸਰ ਸਾਨੂੰ ਰੱਖਣਾ ਪਿਆ, ਕਿਉਂਕਿ ਤਾਂ ਕਿ ਲੋਕੀ ਜਿਹੜੇ ਹੈਗੇ ਉਹ ਕੈਬ ਦੇ ਵਿੱਚ ਬੈਠਣ ਤੋਂ ਪਹਿਲਾਂ ਸੋਚਣ ਨਾ, ਉਹਨਾਂ ਨੂੰ ਇਹ ਲੱਗੇ ਕਿ ਉਹ ਸੇਫ ਨੇ। ਕਿਉਂਕਿ ਕਰੋਨਾ ਮਹਾਮਾਰੀ ਇੱਕ ਇਹੋ ਜਿਹਾ ਇੱਕ ਅਲੱਗ ਜਿਹਾ ਵਾਇਰਸ ਆ ਕਿ ਵੀ ਜਿਹੜਾ ਮੈਂ ਕਹਿੰਦਾ ਕਿ ਸੰਕਰਮਣ ਤੋਂ ਹੀ ਫੈਲਦਾ, ਇੱਕ ਦੂਜੇ ਦੇ ਕੰਟੈਕਟ ਤੋਂ ਆਉਣਾ ਫੈਲਦਾ। ਆਪਾਂ ਹੈਂਡ ਸੈਨੀਟਾਈਜ਼ਰ, ਆਪਾਂ ਇਹ ਸ਼ੀਲਡ, ਆਪਾਂ ਕੋਸ਼ਿਸ਼ ਕਰਦੇ ਹਾਂ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਆਪਾਂ ਕਸਟਮਰ ਦਾ ਵਿਦਆਊਟ ਕੰਟੈਕਟ ਰਹੀਏ, ਵੀ ਉਹਦੇ ਕੰਟੈਕਟ 'ਚ ਆਏ ਬਿਨਾਂ ਹੀ ਆਪਾਂ ਉਹਨਾਂ ਨੂੰ ਪਿਕਅਪ ਐਂਡ ਡ੍ਰੌਪ ਫੈਸਿਲਿਟੀ ਦਈਏ ਸਰ। ਹਾਂ, ਮੈਨੂੰ ਇੱਕ ਚੀਜ਼ ਹੋਰ ਦੱਸੋ ਕਿ ਅਸੀਂ ਇਹ ਚੀਜ਼ ਦੇਖੀ ਹੈ ਕਿ ਲੋਕ ਨਾ ਹੁਣ ਕੈਬਾਂ ਨੂੰ ਲੈ ਕੇ ਵੀ ਅਸੀਂ ਮਾਮਲੇ ਵੀ ਸੁਣਦੇ ਆ, ਕੋਰਟਾਂ 'ਚ ਵੀ ਜਾਂਦੇ ਨੇ। ਤੁਸੀਂ ਸਮਝਦੇ ਹੋ ਹੁਣ ਕੈਬ ਨੂੰ ਲੈ ਕੇ ਵੀ ਕਈ ਲੋਕ ਨਾ ਥੋੜਾ ਜਿਹਾ ਹਿਚਕਿਚਾਉਣ ਲੱਗ ਗਏ ਕਿ ਬੁੱਕ ਕਰੀਏ, ਖਾਸ ਕਰ ਕੁੜੀਆਂ ਦੀ ਗੱਲ ਹੋਵੇ, ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ। ਤੁਸੀਂ ਆਪ ਇਸ ਚੀਜ਼ ਨੂੰ ਸਮਝਦੇ ਹੋ ਕਿ ਸਾਰੇ ਕੈਬ ਵਾਲੇ ਇੱਕੋ ਜਿਹੇ ਨਹੀਂ ਹੁੰਦੇ, ਜਾਂ ਸਾਰੇ ਕੈਬ ਵਾਲੇ ਦੇ ਨਾਲ ਉਹੋ ਜਿਹਾ ਐਕਸਪੀਰੀਅੰਸ ਨਹੀਂ ਹੁੰਦਾ? ਬਹੁਤ ਸਾਰੇ ਲੋਕ, ਤੁਸੀਂ ਚੰਗੀ ਫੈਸਿਲਿਟੀ ਦਿੰਦੇ ਹੋ ਤਾਂ ਤੁਹਾਨੂੰ ਸਲਾਉਂਦੇ ਵੀ ਹੋਣੇ ਆ। ਜੀ ਬਿਲਕੁਲ ਸਰ। ਸਰ ਇਹਦੇ 'ਚ ਕੀ ਹੈ ਕਿ ਇੱਕ ਰਲਿਆ ਮਿਲਿਆ ਜਿਹਾ ਓਪੀਨੀਅਨ ਸਾਨੂੰ ਸਰ ਸਾਡੇ ਕਸਟਮਰ ਵੱਲੋਂ ਵੀ ਮਿਲਦਾ ਹੈ ਤੇ ਸਾਨੂੰ ਅਸੀਂ ਮਾਰਕੀਟ ਸਿਨੈਰੀਓ ਜਿਹੜਾ ਆਪਾਂ ਦੇਖਿਆ ਹੈ, ਇਹ ਗੱਲ ਮੈਂ ਤੁਹਾਡੀ ਤੋਂ ਬਿਲਕੁਲ ਸਹਿਮਤ ਹਾਂ ਕਿ ਵੀ ਪੰਜੇ ਉਂਗਲੀਆਂ ਇੱਕ ਬਰਾਬਰ ਨਹੀਂ ਹੁੰਦੀਆਂ। ਸਾਡੇ 'ਚ ਕੋਈ ਮੇਰੇ ਭਰਾ ਵੀ ਇਹੋ ਜਿਹੇ ਵੀ ਨੇ ਵੀ ਜਿਹੜੇ ਇਹਨਾਂ ਕੋ ਵੀ ਖਰਚਾ ਨਹੀਂ ਬੀਅਰ ਕਰ ਸਕਦੇ, ਜਾਂ ਜਿਹੜੇ ਲਾ ਲਓ ਕਿ ਵੀ ਇਹ ਸੋਚਦੇ ਆ ਕਿ ਵੀ ਚਲੋ ਕੋਈ ਗੱਲ ਨਹੀਂ, ਆਪਣਾ ਪਹਿਲਾਂ ਹੀ ਇੰਨੀ ਮਾਰ ਪਈ ਹੋਈ ਹੈ ਮੰਦੀ ਦੀ, ਆਪਾਂ ਕਾਹਨੂੰ ਇੰਨੀ ਫੈਸਿਲਿਟੀ ਦਈਏ। ਬਟ ਆਪਾਂ ਇਹ ਸੋਚਦੇ ਹਾਂ ਕਿ ਵੀ ਜਿੰਨੀ ਜ਼ਿਆਦਾ ਆਪਾਂ ਫੈਸਿਲਿਟੀ ਕਸਟਮਰਸ ਨੂੰ ਦਾਂਗੇ, ਉਨਾ ਹੀ ਜ਼ਿਆਦਾ ਕਸਟਮਰ ਸਾਨੂੰ ਪ੍ਰੈਫਰ ਕਰੂਗਾ, ਸਾਡੇ ਕੈਬ ਦੇ ਵਿੱਚ ਟਰੈਵਲ ਕਰਨਾ ਜ਼ਿਆਦਾ ਬਿਹਤਰ ਸਮਝੂਗਾ। ਸਪੈਸ਼ਲੀ ਗੱਲ ਕਰੀਏ ਜਿਹੜੇ ਡੇਲੀ ਰੂਟੀਨ ਆਫਿਸ ਦੇ ਵਿੱਚ ਜਿਹੜੇ ਸਾਡੇ ਕਲਾਇੰਟ ਹੁੰਦੇ ਸੀਗੇ, ਹੁਣ ਉਹ ਆਪਣੇ ਕਨਵੀਨੈਂਸ ਤੋਂ ਜਾਣਾ ਸ਼ੁਰੂ ਕਰ ਚੁੱਕੇ ਨੇ, ਜਾਂ ਫਿਰ ਉਹਨਾਂ ਦੀ ਆਪਦੀ ਕੈਬਸ ਆਫਿਸ ਦੀਆਂ ਜਿਹੜੀਆਂ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਗਈਆਂ, ਜਿਨ੍ਹਾਂ 'ਚ ਆਹੀ ਸਭ ਕੁਝ ਫੈਸਿਲਿਟੀ ਹੈ ਜਿਹੜੀ ਆਪਾਂ ਹੁਣ ਦੇ ਰਹੇ ਹਾਂ। ਆਪਾਂ ਇਹ ਚੀਜ਼ ਨੂੰ ਦਿਮਾਗ 'ਚ ਰੱਖਿਆ ਕਿ ਵੀ ਜਿਹੜੀ ਆਪਾਂ ਰੋਜ਼ਗਾਰ ਜਾਂ ਜਿਹੜਾ ਆਪਣਾ ਨੁਕਸਾਨ ਜਿਹੜਾ ਹੋਇਆ ਹੈਗਾ, ਉਹ ਆਪਾਂ ਇਹਦੇ ਥਰੂ ਰਿਕਵਰ ਕਰੀਏ, ਸੋ ਦੈਟ ਕਿ ਚਲੋ ਜੇ ਸਾਡੀ ਥੋੜੀ ਮਾੜੀ ਮੋਟੀ ਜਿੱਥੇ ਆਪਾਂ ਗੱਡੀ ਪਾਉਣ ਲਈ ਇੰਨੀ ਦੀ ਇਨਵੈਸਟਮੈਂਟ ਕੀਤੀ ਆ, ਥੋੜੀ ਜੀ ਹੋਰ ਸਹੀ, ਤਾਂ ਕਿ ਸਾਡਾ ਪੈਸੇਂਜਰ ਵੀ ਸੇਫ ਮਹਿਸੂਸ ਕਰੇ ਤੇ ਅਸੀਂ ਵੀ ਸੇਫ ਮਹਿਸੂਸ ਕਰੀਏ। ਜੇ ਤੁਹਾਡੀ ਹੁਣ ਨਿੱਜੀ ਜ਼ਿੰਦਗੀ ਤੇ ਲਾ ਲਈਏ ਕਿ ਤੁਸੀਂ ਆਪਦੀ ਗੱਡੀ ਵੀ ਲਈ,
ਔਖਾ ਨਹੀਂ ਹੋਇਆ ਵੀ ਕਿਸ਼ਤਾਂ ਕੁਸ਼ਤਾਂ ਟੁੱਟ ਗਈਆਂ ਹੋਣੀਆਂ, ਕਿਵੇਂ ਵੀ ਸਾਰੇ ਖਰਚੇ ਚਲਾਵਾਂ, ਘਰ ਦੇ ਜ਼ਿੰਮੇਵਾਰੀਆਂ ਵੀ ਨਾਲ ਹੋਣੀਆਂ? ਸਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸ 'ਚ, ਜੇ ਮੈਂ ਇਸ ਪੁਆਇੰਟ ਨੂੰ ਕਹਾਂ, ਕਿਉਂਕਿ ਪਹਿਲਾਂ ਆਪਾਂ ਇਨਵੈਸਟਮੈਂਟ ਕਰਕੇ ਗੱਡੀ ਲਈ, ਆਪਾਂ ਸੋਚਿਆ ਕਿ ਚਲੋ ਯਾਰ ਸਾਨੂੰ ਇੱਕ ਨਵਾਂ ਰੋਜ਼ਗਾਰ ਮਿਲਿਆ, ਆਪਾਂ ਆਪਣਾ ਕੰਮ ਕਰਦੇ ਹਾਂ। ਕਿਉਂਕਿ ਪਹਿਲਾਂ ਜਿੱਦਾਂ ਮੈਂ ਚੰਡੀਗੜ੍ਹ ਕਿਸੇ ਦੇ ਕੋਲ ਐਵੇਂ ਨੌਕਰੀ ਡਰਾਈਵਰ ਕਰਦਾ ਸੀਗਾ, ਉਸ ਤੋਂ ਬਾਅਦ ਉਹ 'ਚ ਮੇਰੀ ਇੰਨੀ ਰੋਜ਼ਮਰਰਾ ਦੀ ਜ਼ਰੂਰਤਾਂ ਪੂਰੀ ਨਹੀਂ ਹੁੰਦੀਆਂ ਸੀ, ਕਿਉਂਕਿ ਸੈਲਰੀ ਇੱਕ 92 ਟਾਈਮ ਤੇ ਆਉਣੀ, ਕਦੇ ਆ ਗਈ ਕਦੇ ਨਾ ਆ ਗਈ, ਕਦੇ ਛੁੱਟੀਆਂ ਦੇ ਪੈਸੇ ਕੱਟੇ ਗਏ, ਕਦੇ ਕੁਝ ਹੋ ਗਿਆ, ਕੋਈ ਓਵਰ ਟਾਈਮ ਨਹੀਂ। ਇਹਦੇ ਨਾਲ ਮੈਂ ਆਈ ਸੋਚਿਆ ਕਿ ਚਲੋ ਯਾਰ ਇੱਕ ਨਵਾਂ ਰੋਜ਼ਗਾਰ ਸ਼ੁਰੂ ਕਰੀਏ, ਇੱਕ ਕੰਪਨੀ ਨਾਲ ਅਟੈਚ ਹੋਈਏ ਤੇ ਆਪਾਂ ਪੈਸੇਂਜਰ ਨੂੰ ਬੈਸਟ ਸਰਵਿਸ ਪ੍ਰੋਵਾਈਡ ਕਰੀਏ। ਬਟ ਅਚਾਨਕ ਤੋਂ ਇਸ ਮਹਾਮਾਰੀ ਨੇ ਆ ਕੇ ਸਾਨੂੰ ਅੰਦਰ ਤੱਕ ਤੋੜਤਾ। ਹੁਣ ਗੱਡੀਆਂ ਦੀਆਂ ਕਿਸ਼ਤਾਂ ਦੇ ਜਿਹੜੇ ਮੋਰੇਟੋਰੀਅਮ ਪਏ ਨੇ, ਮੈਂ ਕਹਿੰਦਾ ਕਿ ਵੀ ਠੀਕ ਹੈ, ਚਲੋ ਕਿਤੇ ਨਾ ਕਿਤੇ ਉਹ ਬਹਿ ਗਏ, ਵਧੀਆ ਹੋਇਆ, ਬਟ ਉਹ ਸਾਨੂੰ ਭਰਨੀਆਂ ਤਾਂ ਹੈਗੀਆਂ ਨਾ ਸਰ, ਅੱਜ ਨਹੀਂ ਤਾਂ ਕੱਲ ਵੇਲੇ ਕੁ ਵੇਲੇ ਸਾਨੂੰ ਭਰਨਾ ਹੀ ਪੈਣਾ ਹੈ। ਉਹਦਾ ਕੋਈ ਖਾਸ ਜੋੜ ਤੋੜ ਨਹੀਂ ਨਿਕਲਿਆ ਸਾਡੇ ਤੋਂ ਸਰ। ਇੱਕ ਚੀਜ਼ ਹੋਰ ਦੱਸੋ, ਬੜਾ ਨਾ ਲੋਕਾਂ ਦੀ ਜਿਹੜੀ ਡਰਾਈਵਰਾਂ ਪ੍ਰਤੀ ਸੋਚ ਹੈ, ਉਹ ਜੇ ਕਹੀਏ ਜ਼ਿਆਦਾ ਨੈਗੇਟਿਵ ਹੀ ਦੇਖਣ ਨੂੰ ਮਿਲਦੀ ਹੈ। ਅਗਲਾ ਕਹਿੰਦਾ ਯਾਰ ਨਸ਼ਾ ਕਰਦਾ ਹੋਣਾ, ਸ਼ਰਾਬੀ ਕਬਾਬੀ ਹੋਣਾ, ਪਰਿਵਾਰਾਂ ਦੇ ਵੀ ਕਈਆਂ ਦੇ ਵਿਚਾਰਿਆਂ ਦੇ ਹਾਲਾਤ ਬਹੁਤ ਮਾੜੇ ਹੋ ਜਾਂਦੇ ਨੇ। ਪਰ ਹੁਣ ਜਿਵੇਂ ਤੁਸੀਂ ਨੌਜਵਾਨ ਹੋਗੇ, ਹੁਣ ਦੇ ਮੁੰਡਿਆਂ 'ਚ ਕੋਈ ਫਰਕ ਪਿਆ ਪਹਿਲਾਂ ਦੀ ਡਰਾਈਵਰੀ ਦੀ ਤੇ ਹੁਣ ਦੀ ਡਰਾਈਵਰੀ ਦਾ ਫਰਕ ਦੇਖਦੇ ਹੋ ਤੁਸੀਂ? ਸਰ ਹੁਣ ਕੀ ਹੋਇਆ ਕਿ ਦੇਖੋ, ਜਿਹੜੇ ਪੜ੍ਹੇ ਲਿਖੇ ਮੁੰਡੇ ਸੀਗੇ, ਜਿਨ੍ਹਾਂ ਨੂੰ ਜੌਬਸ ਕਿਤੇ ਨਹੀਂ ਮਿਲੀਆਂ, ਕਿਸੇ ਨੂੰ ਪ੍ਰਾਈਵੇਟ 'ਚ, ਕਿਸੇ ਨੇ ਕੰਪੀਟੀਸ਼ਨ ਦੇ ਐਗਜ਼ਾਮ ਦਿੱਤੇ, ਕਿਸੇ ਨੇ ਕੁਝ ਦਿੱਤੇ, ਉਹਨਾਂ ਨੂੰ ਜਦੋਂ ਰੋਜ਼ਗਾਰ ਕਿਤੇ ਹੋਰ ਨਹੀਂ ਲੱਭਿਆ ਤੇ ਉਹਨਾਂ ਨੇ ਇਸ ਚੀਜ਼ ਨੂੰ ਆਪਸ਼ਨ ਲੈ ਲਈ ਹੈ। ਤੇ ਉਹਨਾਂ ਨੇ ਜਿਹੜੇ ਐਟੀਕੇਟਸ ਨੇ, ਜਿਹੜੇ ਚੰਗੇ ਪਰਿਵਾਰਾਂ ਤੋਂ ਮੁੰਡੇ ਆਉਂਦੇ ਨੇ, ਉਹਨਾਂ ਦੀ ਡਰਾਈਵਰੀ ਵੀ ਵਧੀਆ, ਉਹਨਾਂ ਦੀ ਬਿਹੇਵੀਅਰ ਵੀ ਬਹੁਤ ਵਧੀਆ, ਉਹਨਾਂ ਦੀ ਮਤਲਬ ਜਿਹੜੇ ਐਟੀਕੇਟਸ ਨੇ, ਜਿਹੜੀ ਡੀਲਿੰਗ ਪ੍ਰੋਸੈਸ ਹੈ ਉਹਨਾਂ ਦੀ, ਉਹ ਵੀ ਬਹੁਤ ਵਧੀਆ ਹੋ ਚੁੱਕੀ ਹੈ। ਲੇਕਿਨ ਫਿਰ ਉਹੀ ਗੱਲ ਕਹੂੰਗਾ ਕਿ ਸਰ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਸਾਡੇ ਵਿੱਚ ਕੋਈ ਮਿੱਤਰ ਸਾਥੀ ਇਹੋ ਜਿਹੇ ਵੀ ਨੇ ਵੀ ਜਿਹੜੇ ਸਿਰਫ ਘਰੋਂ ਸਿਰਫ ਮੌਜ ਲੈਣ ਲਈ ਇਹ ਕੰਮ ਕਰਦੇ ਆ, ਜਾਂ ਜਿਹੜੇ ਕੋਈ ਐ ਸੋਚਦੇ ਕਿ ਚਲੋ ਕੋਈ ਗੱਲ ਨਹੀਂ, ਆਪਾਂ ਕੰਮ ਤੋਰੀ ਚੱਲ ਰਹੇ ਆ, ਜਾਂ ਚੱਲ ਰਿਹਾ ਤਾਂ ਚੱਲ ਰਿਹਾ, ਕਿਉਂਕਿ ਕਿਸੇ ਦੇ ਘਰ 'ਚ ਸਰ ਹਰ ਕਿਸੇ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਅਲੱਗ-ਅਲੱਗ ਆ। ਬਟ ਆਪਾਂ ਜਿਹੜੇ ਪਰਿਵਾਰ ਤੋਂ ਆਉਂਦੇ ਆ, ਸਾਨੂੰ ਸਾਡਾ ਕੰਮ, ਸਾਡਾ ਪੈਸੇਂਜਰ ਤੇ ਸਾਡੀ ਫੀਡਬੈਕ, ਜਿਹੜੀ ਸਟਾਰ ਰੇਟਿੰਗ ਸਾਡੀ ਹੁੰਦੀ ਹੈ, ਇਹ ਸਾਡੇ ਲਈ ਸਰ ਬਹੁਤ ਮਾਇਨੇ ਰੱਖਦੀ ਹੈ। ਉਹਦੇ ਕਰਕੇ ਹੀ ਆਪਾਂ ਸਰ ਕਸਟਮਰ ਨੂੰ ਇੰਨੀ ਫੈਸਿਲਿਟੀ ਪ੍ਰੋਵਾਈਡ ਕਰਦੇ ਹਾਂ। ਦੇਖੀਏ, ਇੱਕ ਚੀਜ਼ ਹੋਰ ਦੇਖਣ ਨੂੰ ਮਿਲਦੀ ਆ ਕਿ ਆਮ ਲੋਕਾਂ ਨੇ, ਬਹੁਤ ਸਾਰਿਆਂ ਨੇ ਗੱਡੀਆਂ ਇਹੋ ਜਿਹੀਆਂ ਨੇ ਪਾ ਲੀਆਂ ਨੇ। ਅਗਲਾ ਕਹਿੰਦਾ ਵੀ ਜਦੋਂ ਘਰੇ ਲੋਡ ਹੋਈ ਅਸੀਂ ਘਰੇ ਲੈ ਜਾਾਂਗੇ, ਨਹੀਂ ਐਨੇ ਸਟੈਂਡ 'ਚ ਪਾ ਦਿਓ ਜਾਂ ਕੈਬ ਲਾ ਦਿਓ। ਉਹ ਲੋਕਾਂ ਨੇ ਕੋਈ ਉਹ ਡਰਾਈਵਰ ਨੂੰ ਚਿੰਤਾ ਖੜੀ ਕਰੀ, ਉਹਦੇ ਵਾਸਤੇ ਸਮੱਸਿਆ ਖੜੀ ਕਰੀ ਜਿਹਦੀ ਰੋਜੀ ਰੋਟੀ ਚੱਲਦੀ ਹੈ? ਬਿਲਕੁਲ ਸਰ, ਦੇਖੋ ਜਿਨ੍ਹਾਂ ਨੇ ਇਸ, ਮੈਂ ਕਹਿੰਦਾ ਕਿ ਜੇ ਆਪਾਂ ਸਰਲ ਸ਼ਬਦਾਂ 'ਚ ਗੱਲ ਕਰੀਏ, ਜਿਨ੍ਹਾਂ ਨੇ ਇਸ ਪਲੇਟਫਾਰਮ ਨੂੰ, ਜਿਹੜੇ ਸਾਡੇ ਆ ਕੈਬ ਦਾ ਪਲੇਟਫਾਰਮ ਹੈ, ਜਿਹਨੇ ਇਹਨੂੰ ਜਸਟ ਇੱਕ ਸੇਕ ਆਫ ਟਾਈਮ ਪਾਸ ਲਿਆ ਵੀ ਚਲੋ ਯਾਰ ਮੈਂ ਗੱਡੀ ਪਾ ਲੈਣਾ, ਐਕਸਟਰਾ ਇਨਕਮ ਆ ਗਈ ਤਾਂ ਆ ਗਈ, ਨਹੀਂ ਤਾਂ ਨਾ ਸਹੀ, ਘਰੇ ਲੈ ਜਾਊਂਗੇ, ਤਾਂ ਉਹਨਾਂ ਨੂੰ ਸਰ ਕੋਈ ਫਰਕ ਨਹੀਂ ਪਿਆ। ਬਟ ਜਿਹੜੇ ਸਾਡੇ ਵਰਗੇ, ਜਿਹੜਿਆਂ ਨੇ ਰੂਟੀਨ ਇਹੀ ਹੈ, ਜਿਨ੍ਹਾਂ ਦਾ ਪ੍ਰੋਫੈਸ਼ਨ ਹੀ ਇਹੀ ਹੈ, ਸਰ ਸਾਡੀ ਇਹਨਾਂ ਨੇ ਬਿਲਕੁਲ ਕਮਰ ਤੋੜ ਕੇ ਰੱਖਤੀ ਆ। ਕਿਉਂਕਿ ਅਸੀਂ ਇਨਵੈਸਟਮੈਂਟ ਤੇ ਇਨਵੈਸਟਮੈਂਟ ਕਰੀ ਜਾ ਰਹੇ ਹਾਂ, ਕਸਟਮਰ ਫੇਰ ਆਉਣ ਤੋਂ ਘਬਰਾਉਂਦਾ ਹੈ, ਕੰਪਨੀਆਂ ਸਾਨੂੰ ਇੰਨੀ ਫੈਸਿਲਿਟੀਜ਼ ਪ੍ਰੋਵਾਈਡ ਨਹੀਂ ਕਰਦੀਆਂ, ਬਟ ਇਹ ਸਾਨੂੰ ਸਿਰਫ ਆਪਣੇ ਬੇਸ ਤੇ ਹੀ ਫਿਰ ਸਾਰਾ ਕੁਝ ਬੀਅਰ ਕਰਨਾ ਪੈਂਦਾ ਸਰ। ਇੱਕ ਚੀਜ਼ ਹੋਰ ਦੇਖੀਏ, ਜੇ ਕਿ ਜਿਵੇਂ ਹਰ ਦਿਨ ਕੈਬ ਦੀ ਵੀ ਨਵੀਆਂ ਕੰਪਨੀਆਂ ਖੋਲ ਰਹੀਆਂ ਨੇ, ਹੁਣ ਤੁਸੀਂ ਵੀ ਬਦਲ ਲਈ ਹੈਗੀ, ਪੁਰਾਣੀਆਂ ਤੇ ਨਹੀਂ ਸਿਰ ਰਹੇ, ਕਹਿ ਸਕਦੇ ਆ ਜਿੰਨੀਆਂ ਜ਼ਿਆਦਾ ਆ ਗਈਆਂ ਉਨੀਆਂ ਕੁ ਸਮੱਸਿਆਵਾਂ ਤੁਹਾਡੀਆਂ ਵੀ ਵਧ ਗਈਆਂ ਜਾਂ ਸੌਖਾ ਹੋ ਗਿਆ ਇਸ ਚੀਜ਼ ਨੂੰ? ਨਹੀਂ ਸਰ, ਮੈਂ ਇਹ ਕਹਾਂਗਾ ਕਿ ਜਿੰਨੀ ਜ਼ਿਆਦਾ ਆਪਸ਼ਨਸ ਕਸਟਮਰਸ ਲਈ ਅਵੇਲੇਬਲ ਹੈਗੇ ਨੇ, ਉਹ ਕਸਟਮਰ ਲਈ ਤਾਂ ਬਹੁਤ ਸੌਖੀਆਂ ਨੇ, ਬਟ ਸਾਡੇ ਵੈਂਡਰਸ ਲਈ ਇਹ ਚੀਜ਼ਾਂ ਬਹੁਤ ਮੁਸ਼ਕਲਾਂ ਪੈਦਾ ਕਰ ਰਹੀਆਂ ਨੇ। ਕਿਉਂਕਿ ਜਿੱਥੇ ਆਪਾਂ ਕਿਸੇ ਇੱਕ ਕੰਪਨੀ ਦੇ ਵਿੱਚ ਅਟੈਚ ਹੋ ਕੇ ਦਿਨੇ 2000 ਦਾ ਕੰਮ ਕਰ ਰਹੇ ਸੀ, ਹੁਣ ਉਹੀ ਕੰਮ ਸਾਨੂੰ ਟੁੱਟਵਾਂ 5-6 ਕੰਪਨੀਆਂ ਤੋਂ ਲੈਣਾ ਪੈ ਰਿਹਾ ਸਰ। ਇਹ ਸਾਨੂੰ ਸਭ ਤੋਂ ਵੱਡੀ ਦਿੱਕਤ ਪੈ ਰਹੀ ਹੈ, ਕਿਉਂਕਿ ਆਪਸ਼ਨਸ ਜ਼ਿਆਦਾ ਖੁੱਲ ਗਈਆਂ ਨੇ। ਕੁਝ ਅਨਆਥੋਰਾਈਜ਼ਡ ਐਪਸ ਵੀ ਨੇ ਜਿਹੜੀ ਟਰਾਈ ਸਿਟੀ ਦੇ ਵਿੱਚ ਵਰਕਿੰਗ 'ਚ ਸੀਗੀਆਂ, ਉਹਨਾਂ ਨੇ ਸਰ ਬਹੁਤ ਜ਼ਿਆਦਾ ਇਸ ਕੰਮ ਨੂੰ ਨੁਕਸਾਨ ਦਿੱਤਾ। ਬਿਕਾਜ਼ ਜਿਹੜੇ ਕਿਸੇ ਪਾਰਟਿਕੂਲਰ ਰੂਟ ਦੇ 'ਚ ਸਾਨੂੰ 150 ਮਿਲਦੇ ਸੀਗੇ, ਉਹ ਅਨਆਥੋਰਾਈਜ਼ਡ ਕੈਬ ਐਪਸ ਨੇ ਕੀ ਕੀਤਾ ਕਿ 60 ਤੋਂ 70 ਰੁਪਏ ਕਸਟਮਰ ਨੂੰ ਡਾਇਰੈਕਟ ਆਫਰ ਕਰਤੇ, ਜਿਹਦੇ 'ਚ ਨਾ ਕੋਈ ਸੇਫਟੀ ਮੈਜਰਮੈਂਟ ਹੈ, ਨਾ ਕੋਈ ਵੈਰੀਫਿਕੇਸ਼ਨ ਆ, ਨਾ ਕੋਈ ਸੇਫਟੀ ਦੀ ਗੱਲ ਹੈ, ਨਾ ਕੋਈ ਹੋਰ ਸਟਾਰ ਰੇਟਿੰਗ, ਕੁਝ ਉਹ 'ਚ ਹੈਗਾ ਹੀ ਨਹੀਂ ਸਰ ਆਪਸ਼ਨ। ਲਾਸਟ ਇੱਕ ਚੀਜ਼ ਹੋਰ ਪੁੱਛਣਾ ਚਾਹੂੰਗਾ ਤੁਹਾਨੂੰ ਕਿ ਇੱਕ ਇਹ ਦੱਸੋ ਕਿ ਆਮ ਤੌਰ ਤੇ ਅਸੀਂ ਕੋਈ ਪੁਲਿਸ ਵਾਲੇ ਹੁੰਦੇ ਨੇ, ਕੋਈ ਵਕੀਲ ਹੁੰਦੇ ਨੇ, ਜਾਂ ਚੰਗੇ ਕੀ ਐਕਸਪਰਟ ਨੇ ਜਿਹੜੇ, ਉਹਨਾਂ ਤੋਂ ਸੁਣਦੇ ਆ ਵੀ ਆਖਰਕਾਰ ਜਦੋਂ ਕੋਈ ਗਾਹਕ ਕਿਸੇ ਕੈਬ 'ਚ ਬੈਠਦਾ, ਟੈਕਸੀ 'ਚ ਬੈਠਦਾ, ਉਹ ਕੀ ਇਹਤਿਆਤ ਰੱਖਣ। ਪਰ ਜਿਵੇਂ ਤੁਸੀਂ ਤਾਂ ਕੋਈ ਇਸ ਚੀਜ਼ ਫੀਲ ਕਰਦੇ ਹੋ, ਤੁਹਾਨੂੰ ਸਾਰੀਆਂ ਨਫਾ ਨੁਕਸਾਨ, ਵਾਧਾ ਘਾਟਾ ਪਤਾ ਨੇ, ਇੱਕ ਸਵਾਰੀ ਨੂੰ ਤੁਸੀਂ ਕੀ ਸੁਜੈਸਟ ਕਰੋਗੇ ਕਿ ਉਹ ਕੀ ਚੀਜ਼ ਦੇਖਣ ਜੇ ਕਿਸੇ ਵੀ ਤਰ੍ਹਾਂ ਦੀ ਕੈਬ 'ਚ ਬੈਠਦੇ ਨੇ? ਸਰ ਉਹਨਾਂ ਨੂੰ ਮੈਂ ਇਹੀ ਅਪੀਲ ਕਰੂੰਗਾ, ਇੱਕ ਰਿਕੁਐਸਟ ਕਰੂੰਗਾ ਕਿ ਉਹ ਸਭ ਤੋਂ ਪਹਿਲਾਂ ਇਹ ਦੇਖਣ ਕਿ ਗੱਡੀ ਦੇ ਵਿੱਚ ਤੁਹਾਡੀ ਕੋਵਿਡ ਨੂੰ ਸਪੈਸ਼ਲੀ ਲੈ ਕੇ ਕੀ ਕੁਝ ਉਹਦੇ 'ਚ ਪ੍ਰੀਕਾਸ਼ਨਸ ਲਈਆਂ ਗਈਆਂ ਨੇ, ਜਿੱਦਾਂ ਕਿ ਮੈਂ ਸ਼ੀਲਡ ਲਾਈ ਆ। ਜੇਕਰ ਕਈ ਵਾਰੀ ਕਸਟਮਰ ਇਦਾਂ ਹੁੰਦਾ ਜਿਹੜੇ ਘਰੋਂ ਮਾਸਕ ਨਹੀਂ ਪਾ ਕੇ ਆਉਂਦੇ, ਉਹ ਭੁੱਲ ਜਾਂਦੇ ਆ, ਉਹ ਸਾਡੇ ਤੋਂ ਔਨ ਡਿਮਾਂਡ ਮਾਸਕ ਲੈ ਸਕਦੇ ਆ। ਉਹ ਇਹ ਦੇਖਣ ਸਭ ਤੋਂ ਪਹਿਲਾਂ ਕਿ ਡਰਾਈਵਰ ਨੇ ਮਾਸਕ ਪਾਇਆ,
ਡਰਾਈਵਰ ਨੇ ਫੇਸ ਸ਼ੀਲਡ ਲਾਈ ਆ, ਡਰਾਈਵਰ ਪ੍ਰੋਪਰ ਯੂਨੀਫਾਰਮ 'ਚ ਹੈਗਾ, ਉਹਦੀ ਨੇਮ ਬੈਚ ਉਹਦੇ ਕੋਲ ਹੈਗੀ ਆ, ਜਾਂ ਹੋਰ ਕੀ ਕੁਝ ਉਹਦਾ ਡਰਾਈਵਿੰਗ ਪ੍ਰੋਸੈਸ ਕੀ ਆ, ਉਹ ਕਿਹੜੀ ਐਪ ਤੋਂ ਤੁਹਾਡੇ ਕੋਲ ਆਇਆ, ਇਹ ਪ੍ਰੋਪਰ ਚੀਜ਼ ਵੈਰੀਫਾਈ ਕਰਨ ਤੋਂ ਬਾਅਦ ਹੀ ਉਹ ਆਪਸ਼ਨ ਚੂਜ਼ ਕਰਨ। ਇਹ ਸੁਰੱਖਿਆ ਦੇ ਤੌਰ ਤੇ ਜਿਵੇਂ ਕੁੜੀਆਂ ਕਈ ਕੁੜੀਆਂ ਕਤਰੀਆਂ ਕਰਦੀਆਂ ਨੇਗੀਆਂ, ਕਈ ਫੋਟੋਆਂ ਤੁਹਾਨੂੰ ਦੇਖਿਆ ਹੋਣੀਆਂ, ਕਈ ਫੋਟੋਆਂ ਖਿੱਚ ਕੇ ਆਪਦੇ ਮਾਪੇ ਨੂੰ ਭੇਜ ਦਿੰਦੀਆਂ ਨੇ, ਤੁਸੀਂ ਸਮਝਦੇ ਵੀ ਉਹਦੇ ਨਾਲ ਕਈ ਕੈਬਾਂ ਵਾਲੇ ਅਸੀਂ ਦੇਖੇ, ਹਾਲਾਂਕਿ ਸਾਰੇ ਨਹੀਂ ਕਰਦੇ ਹੈਗੇ, ਕਈ ਲੋਕ ਇਤਰਾਜ਼ ਕਰਦੇ ਨੇ, ਤਾਂ ਇਹ ਚੀਜ਼ਾਂ ਜ਼ਰੂਰੀ ਨੇ ਅੱਜ ਦੇ ਸਮੇਂ 'ਚ, ਕਿਉਂਕਿ ਸ਼ੱਕ ਸੁਭਾਵਾਂ ਵੱਧ ਚੁੱਕੀਆਂ ਨੇਗੀਆਂ ਪਹਿਲਾਂ ਨਾਲੋਂ। ਜੀ ਬਿਲਕੁਲ ਸਰ, ਇਹ ਚੀਜ਼ ਨੂੰ ਮੈਂ ਉਹਨਾਂ ਦੀ ਬਹੁਤ ਸਰਾਹਨਾ ਦੇਵਾਂਗਾ ਜੇਕਰ ਉਹ ਕਰਦੀਆਂ ਨੇ, ਕਿਉਂਕਿ ਉਹਦੇ 'ਚ ਕੀ ਆ, ਸਾਨੂੰ ਪਤਾ ਹੈ ਸਰ ਕਿ ਮੈਂ ਉਹਨਾਂ ਨੂੰ ਸੇਫਲੀ ਲੈ ਕੇ ਜਾ ਰਿਹਾ, ਰਾਈਟ ਸਰ, ਲੇਕਿਨ ਉਹਨਾਂ ਦੇ ਮਨ ਨੂੰ ਜੇ ਇਸ ਚੀਜ਼ ਤੋਂ ਕਰਕੇ ਤਸੱਲੀ ਆਉਂਦੀ ਹੈ, ਉਹਨਾਂ ਦੀ ਫੈਮਿਲੀ ਨੂੰ ਜੇ ਇਸ ਚੀਜ਼ ਤੋਂ ਬਹੁਤ ਜ਼ਿਆਦਾ ਸੈਟੀਸਫੈਕਸ਼ਨ ਮਿਲਦੀ ਹੈ, ਮੈਂ ਇਸ ਚੀਜ਼ ਨੂੰ ਪ੍ਰੇਜ਼ ਕਰਦਾ ਸਰ। ਸਾਡੇ ਨਾਲ ਜਿਹੜੀ ਪੈਸੇਂਜਰ ਫੀਮੇਲ ਜਿਹੜੀ ਲੇਟ ਨਾਈਟ ਟਰੈਵਲਸ ਕਰਦੀਆਂ, ਔਡ ਆਵਰਸ 'ਚ ਟਰੈਵਲ ਕਰਦੀਆਂ, ਉਹ ਆਪਣੇ ਘਰਦਿਆਂ ਨੂੰ ਲਾਈਵ ਲੋਕੇਸ਼ਨ ਵੀ ਸ਼ੇਅਰ ਕਰਦੀਆਂ, ਉਹ ਆਪਣੇ ਘਰਦਿਆਂ ਨੂੰ ਆਪਣਾ ਸਾਰੇ ਟ੍ਰਿਪ ਦੀ ਡਿਟੇਲ ਵੀ ਸ਼ੇਅਰ ਕਰਦੀਆਂ, ਕਿਉਂਕਿ ਐਪ ਬੇਸਡ ਕੰਪਨੀ 'ਚ ਸਾਰਾ ਕੁਝ ਤੁਹਾਡੇ ਕੋਲ ਹੁਣ ਆਪਸ਼ਨ ਹੈਗੀ ਆ। ਤੇ ਆਪਾਂ ਉਹਦੇ 'ਚ ਇਹ ਕਹਿੰਦੇ ਆ ਕਿ ਵੀ ਆਪਾਂ ਰਿਸਪੈਕਟ ਵੂਮਨ ਦੇ ਸਲੋਗਨ ਦੇ ਉੱਤੇ ਚੱਲਦੇ ਆ। ਆਪਾਂ ਇਹ ਕਹਿੰਦੇ ਆ ਕਿ ਵੀ ਜਿਹੜੀ ਇੱਕ ਕੁੜੀ ਸਾਡੇ ਨਾਲ ਟਰੈਵਲ ਕਰ ਰਹੀ ਹੈ, ਉਹ ਸਾਡੇ ਲਈ ਕੋਈ ਓਪਰਚੁਨਿਟੀ ਨਹੀਂ ਹੈਗੀ, ਉਹ ਸਾਡੇ ਲਈ ਰਿਸਪੌਂਸਿਬਿਲਿਟੀ ਹੈ। ਤਾਂ ਆਪਾਂ ਇਹ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹਾਂ ਸਰ। ਬਿਲਕੁਲ ਕਹਿ ਸਕਦੇ ਹਾਂ ਕਿ ਹੁਣ ਹਾਲਾਂਕਿ ਅਸੀਂ ਬੈਠੇ ਅੱਜ ਮੌਕਾ ਮਿਲਿਆ, ਆਮ ਤੌਰ ਤੇ ਤਾਂ ਦੇਖਦੇ ਹਾਂ ਕਿ ਕੈਬਾਂ ਹਰ ਕੋਈ ਇਸਤੇਮਾਲ ਕਰਦਾ। ਜਿਵੇਂ ਤੁਸੀਂ ਇਸ ਮੁੰਡੇ ਦੀ ਕਹਾਣੀ ਸੁਣੀ, ਇਸ ਮੁੰਡੇ ਦੀ ਕਹਾਣੀ ਦੇ ਵਿੱਚ ਇੱਕ ਚੀਜ਼ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਡਰਾਈਵਰਾਂ ਬਾਰੇ, ਕੈਬ ਵਾਲਿਆਂ ਬਾਰੇ ਬਹੁਤ ਸਾਰੇ ਲੋਕ ਗੱਲਾਂ ਕਰਦਾ ਹੁੰਦੇ ਨੇ। ਸਮੇਂ 'ਚ ਕਈ ਲੋਕਾਂ ਨਾਲ ਵਧੀਕੀਆਂ ਵੀ ਹੋ ਗਈਆਂ, ਕਈ ਲੋਕਾਂ ਨੂੰ ਨੁਕਸਾਨ ਵੀ ਝੱਲਣੇ ਪੈ ਗਏ, ਜਾਂ ਕਹਿ ਦਈਏ ਕਿ ਆਪਦੇ ਮਾਣਕਾਂ ਦੇ ਖਰੇ ਨਹੀਂ ਉਤਰੇ, ਜੇ ਕੁੱਲ ਜੀ ਗੱਲ ਮਿਲਾ ਕੇ ਕਹੀਏ। ਪਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਇਹ ਚੀਜ਼ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਇਸੇ ਲਈ ਕਰੀ ਕਿ ਕੋਵਿਡ ਦੇ ਚੱਲਦੇ ਕੀ ਇਹਨਾਂ ਦੇ ਫਰਕ ਪੈ ਗਿਆ, ਉਹ ਵੀ ਇਹਨਾਂ ਨੇ ਕਹਾਣੀ ਦੱਸੀ, ਪਰ ਨਾਲੋਂ ਨਾਲ ਕੀ ਆਖਰਕਾਰ ਸਾਡੀਆਂ ਵੀ ਜ਼ਿੰਮੇਵਾਰੀ ਬਣਦੀਆਂ ਨੇ ਵੀ ਜਦੋਂ ਅਸੀਂ ਕਿਸੇ ਕੈਬ 'ਚ ਬੈਠਣਾ, ਨਾਲ ਹੀ ਜਿਹੜਾ ਉਸ ਕੈਬ ਨੂੰ ਚਲਾ ਰਿਹਾ ਡਰਾਈਵਰ, ਤਾਂ ਉਹਦੇ ਪ੍ਰਤੀ ਸੋਚ ਸਾਡੀ ਕੀ ਹੋਣੀ ਚਾਹੀਦੀ ਹੈ, ਕਿੰਨੀ ਰਿਸਪੈਕਟ ਹੋਣੀ ਚਾਹੀਦੀ ਹੈ, ਕਿਉਂਕਿ ਤੁਹਾਨੂੰ ਉਹ ਇੱਕ ਉਸ ਸਫ਼ਰ ਤੇ ਲੈ ਕੇ ਜਾ ਰਿਹਾ ਕਿ ਜੇਕਰ ਉਹ ਚੰਗਾ ਸੁਖਮय ਹੋਊਗਾ, ਚੰਗੀ ਸਹੂਲਤਾਂ ਵਾਲਾ ਹੋਊਗਾ, ਤਾਂ ਤੁਹਾਡਾ ਅੱਗੇ ਦਾ ਸਫ਼ਰ ਜਾਂ ਅੱਗੇ ਕਿਸੇ ਟੀਚੇ ਤੇ ਜਾ ਰਹੇ ਹੋ ਤਾਂ ਉਹ ਵੀ ਚੰਗਾ ਹੋਊਗਾ। ਤੁਸੀਂ ਆਪ ਇਸ ਪੂਰੀ ਕਹਾਣੀ ਇਸ ਡਰਾਈਵਰ ਵੀਰ ਦੀ ਸੁਣਨ ਤੋਂ ਬਾਅਦ ਅੰਦਾਜ਼ਾ ਲਾਉਣਾ ਹੈ ਕਿ ਸਮੱਸਿਆਵਾਂ ਇਹਨਾਂ ਦੀਆਂ ਵੀ ਘੱਟ ਨਹੀਂ। ਹੌਸਲਾ ਦਈਏ, ਨਾਲ ਇਹਨਾਂ ਦੇ ਬੈਠੀਏ, ਤਾਂ ਰਿਸਪੈਕਟਫੁਲੀ ਇਹਨਾਂ ਨਾਲ ਗੱਲ ਕਰੀਏ, ਕਿਉਂਕਿ ਇਹ ਵੀ ਕਿਸੇ ਮਾਂ ਦੇ ਪੁੱਤ ਨੇ ਤੇ ਕਿਸੇ ਭੈਣ ਦੇ ਭਰਾ ਨੇ, ਇੱਕ ਪਰਿਵਾਰ ਦੀ ਜ਼ਿੰਮੇਵਾਰੀ ਇਹਨਾਂ ਦੇ ਸਿਰ ਤੇ ਆ। ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਇਹ ਵੀ ਗੱਲ ਹੈ, ਪਰ ਨਾਲੋਂ ਨਾਲ ਤੁਸੀਂ ਜਦੋਂ ਅੱਗੇ ਕਿਸੇ ਕੈਬ ਨੂੰ ਬੁੱਕ ਕਰੋਗੇ ਤਾਂ ਕੀ ਇਤਿਹਾਤਾਂ ਤੇ ਕੀ ਉਸ ਡਰਾਈਵਰ ਪ੍ਰਤੀ ਤੁਹਾਡੀ ਰਿਸਪੈਕਟ ਹੋਣੀ ਚਾਹੀਦੀ ਆ, ਇਹਦਾ ਫੈਸਲਾ ਤੁਹਾਡੇ ਤੇ ਆ। ਸਾਡਾ ਮਕਸਦ ਸੀ ਇਹਨਾਂ ਦੀ ਉਹ ਜ਼ਿੰਦਗੀ ਨੂੰ ਤੁਹਾਡੇ ਅੱਗੇ ਰੱਖਣਾ ਕਿ ਜਿਹੜੀ ਸ਼ਾਇਦ ਅਸੀਂ ਇਹਨਾਂ ਦੇ ਨਾਲ ਕਦੇ ਗੱਲ ਨਹੀਂ ਕਰਦੇ, ਵਿਚਾਰ ਨਹੀਂ ਕਰਦੇ, ਪਰ ਫੈਸਲਾ ਬਹੁਤ ਜਲਦੀ ਸੁਣਾ ਦਿੰਦੇ ਆ ਕਿ ਡਰਾਈਵਰ ਮਾੜੇ ਹੁੰਦੇ ਨੇ। ਵੀਡੀਓ ਜਰਨਲਿਸਟ ਗੌਰਵ ਦੇ ਨਾਲ ਸਮੀਤ ਸਿੰਘ ਜੋਸ਼ੀ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।